बाप अते बेटे अते रूह पाक दे नाम उत्ते आमीन। मसीह विच प्यारे भराओ ते भैनों, सारिਆਂ ਨੂੰ जय यसु मसीह दी। ਅੱਜ ਅਸੀਂ ਰੋਜ਼ਿਆਂ ਦੇ ਚੌਥੇ ਹਫ਼ਤੇ ਦੇ ਮੰਗਲਵਾਰ ਵਿੱਚ ਪ੍ਰਵੇਸ਼ ਕੀਤਾ ਹੈ। ਆਓ ਅਸੀਂ ਅੱਜ ਪ੍ਰਭੂ ਦੇ ਵਚਨ ਦੇ ਉੱਤੇ ਧਿਆਨ ਲਾਈਏ। ਅੱਜ ਦਾ ਪਹਿਲਾ ਪਾਠ ਹਿਜ਼ਕੀਏਲ ਨਬੀ ਦੀ ਪੁਸਤਕ 47 ਅਧਿਆਏ 1 ਤੋਂ ਲੈ ਕੇ 9 ਆਇਤ ਤੱਕ ਅਤੇ 12ਵੀਂ ਆਇਤ। ਅੰਜੀਲ ਲੂਕਾ ਦੀ 5ਵਾਂ ਅਧਿਆਏ 1 ਤੋਂ 3 ਅਤੇ 5 ਤੋਂ ਲੈ ਕੇ 16 ਆਇਤ ਤੱਕ। ਅੱਜ ਦੇ ਪਹਿਲੇ ਪਾਠ ਦੇ ਵਿੱਚ ਜੀਵਨ ਦੇ ਜਲ ਦੇ ਬਾਰੇ ਹਿਜ਼ਕੀਏਲ ਨਬੀ ਦੱਸਦਾ ਹੈ ਅਤੇ ਅੰਜੀਲ ਦੇ ਵਿੱਚ ਪ੍ਰਭੂ ਯਿਸੂ ਮਸੀਹ ਇਹ ਸਾਬਤ ਕਰਦਾ ਹੈ ਕਿ ਜੋ ਅਸਲੀ ਜੀਵਨ ਜਲ ਹੈ ਉਹ ਖੁਦ ਮਸੀਹ ਆਪ ਹੈ। ਆਓ ਅਸੀਂ ਇਸ ਚਸ਼ਮੇ ਦੇ ਵਿੱਚੋਂ ਪੀਣ ਦੇ ਲਈ ਇਹਨਾਂ ਪਾਠਾਂ ਦੇ ਉੱਤੇ ਧਿਆਨ ਕਰੀਏ, ਮਨਨ ਕਰੀਏ ਅਤੇ ਆਪਣੀ ਜ਼ਿੰਦਗੀ ਇਹਨਾਂ ਵਚਨਾਂ ਅਨੁਸਾਰ ਗੁਜ਼ਾਰੀਏ। ਪਾਠ ਪਹਿਲਾ ਹਿਜ਼ਕੀਏਲ ਨਬੀ ਦੀ ਪੁਸਤਕ, ਉਸ ਦਾ 47 ਬਾਬ 1 ਤੋਂ 9 ਅਤੇ 12 ਆਇਤ ਤੱਕ। ਤਦ ਉਹ ਮਨੁੱਖ ਮੈਨੂੰ ਮੰਦਰ ਦੇ ਅੰਦਰ ਆਉਣ ਵਾਲੇ ਫਾਟਕ ਕੋਲ ਲੈ ਗਿਆ। ਫਾਟਕ ਦੇ ਹੇਠੋਂ ਪਾਣੀ ਬਾਹਰ ਆ ਰਿਹਾ ਸੀ ਅਤੇ ਉਹ ਪੂਰਬ ਵੱਲ ਅਰਥਾਤ ਮੰਦਰ ਦੇ ਵੱਲ ਵਗ ਰਿਹਾ ਸੀ। ਇਹ ਪਾਣੀ ਮੰਦਰ ਦੇ ਦੱਖਣੀ ਪਾਸੇ ਦੇ ਹੇਠੋਂ ਦੀ ਹੁੰਦਾ ਹੋਇਆ ਵੇਦੀ ਦੇ ਦੱਖਣੀ ਪਾਸੇ ਵੱਲੋਂ ਦੀ ਲੰਘ ਰਿਹਾ ਸੀ। ਤਦ ਉਹ ਮਨੁੱਖ ਮੈਨੂੰ ਉੱਤਰੀ ਪਾਸੇ ਦੇ ਫਾਟਕ ਵਿੱਚੋਂ ਬਾਹਰ ਲੈ ਗਿਆ ਅਤੇ ਉੱਤੋਂ ਦੀ ਲੈ ਜਾ ਕੇ ਪੂਰਬੀ ਪਾਸੇ ਦੇ ਬਾਹਰਲੇ ਫਾਟਕ ਕੋਲ ਲੈ ਗਿਆ। ਉਸ ਫਾਟਕ ਦੇ ਦੱਖਣੀ ਪਾਸੇ ਵੱਲ ਇੱਕ ਛੋਟੀ ਜਿਹੀ ਪਾਣੀ ਦੀ ਨਹਿਰ ਵਗ ਰਹੀ ਸੀ। ਉਸ ਮਨੁੱਖ ਨੇ ਪੂਰਬ ਵੱਲ ਜਾ ਕੇ ਆਪਣੇ ਹੱਥ ਵਿਚਲੇ ਮਾਪ ਨਾਲ 500 ਮੀਟਰ ਮਿਣਿਆ ਅਤੇ ਉਸ ਨੇ ਮੈਨੂੰ ਕਿਹਾ, ਪਾਣੀ ਵਿੱਚੋਂ ਦੀ ਲੰਘ। ਪਾਣੀ ਮੇਰੇ ਗਿੱਟਿਆਂ ਤੱਕ ਸੀ। ਫਿਰ ਉਸ ਨੇ ਅੱਗੇ ਹੋਰ 500 ਮੀਟਰ ਮਿਣਿਆ ਅਤੇ ਪਾਣੀ ਮੇਰੇ ਗੋਡਿਆਂ ਤੱਕ ਸੀ। ਉਸ ਨੇ 500 ਮੀਟਰ ਹੋਰ ਅੱਗੇ ਮਿਣਿਆ ਤਾਂ ਪਾਣੀ ਮੇਰੇ ਲੱਕ ਤੱਕ ਆ ਗਿਆ। ਉਸ ਨੇ 500 ਮੀਟਰ ਹੋਰ ਮਿਣਿਆ ਤਾਂ ਪਾਣੀ ਇੰਨਾ ਡੂੰਘਾ ਹੋ ਗਿਆ ਕਿ ਮੈਂ ਉਸ ਵਿੱਚੋਂ ਦੀ ਹੋਰ ਅੱਗੇ ਪਾਰ ਨਾ ਲੰਘ ਸਕਿਆ। ਇਹ ਕਾਫੀ ਡੂੰਘਾ ਸੀ ਜੋ ਕੇਵਲ ਤਰ ਕੇ ਹੀ ਪਾਰ ਕੀਤਾ ਜਾ ਸਕਦਾ ਸੀ। ਉਸ ਮਨੁੱਖ ਨੇ ਮੈਨੂੰ ਕਿਹਾ, ਮਾਨਵ ਪੁੱਤਰ, ਤੂੰ ਇਹ ਸਭ ਧਿਆਨ ਨਾਲ ਵੇਖ। ਫਿਰ ਉਹ ਮੈਨੂੰ ਨਹਿਰ ਦੇ ਕੰਢੇ ਉੱਤੇ ਲੈ ਆਇਆ ਅਤੇ ਜਦੋਂ ਮੈਂ ਉੱਥੇ ਆਇਆ ਤਾਂ ਮੈਂ ਦੇਖਿਆ ਕਿ ਨਹਿਰ ਦੇ ਦੋਵੇਂ ਕੰਢਿਆਂ ਉੱਤੇ ਬਹੁਤ ਸਾਰੇ ਰੁੱਖ ਸਨ। ਉਸ ਨੇ ਮੈਨੂੰ ਕਿਹਾ, ਪੂਰਬ ਦੀ ਧਰਤੀ ਤੋਂ ਦੀ ਹੁੰਦਾ ਹੋਇਆ ਯਰਦਨ ਵਾਦੀ ਵਿੱਚ ਜਾਂਦਾ ਅਤੇ ਉੱਥੋਂ ਅੱਗੇ ਖਾਰੇ ਸਾਗਰ ਵਿੱਚ ਚਲਾ ਜਾਂਦਾ ਹੈ। ਸਾਗਰ ਦੇ ਲੂਣ ਵਾਲੇ ਪਾਣੀ ਨੂੰ ਇਹ ਤਾਜ਼ਾ ਕਰ ਦਿੰਦਾ ਹੈ। ਜਿੱਥੋਂ ਦੀ ਇਹ ਨਹਿਰ ਲੰਘੇਗੀ ਉੱਥੇ ਹਰ ਤਰ੍ਹਾਂ ਦੇ ਜਾਨਵਰ ਅਤੇ ਮੱਛੀਆਂ ਹੋਣਗੀਆਂ। ਇਹ ਨਹਿਰ ਦਾ ਪਾਣੀ ਖਾਰੇ ਸਾਗਰ ਦੇ ਪਾਣੀ ਨੂੰ ਤਾਜ਼ਾ ਕਰਦਾ ਅਤੇ ਜਿੱਥੇ ਵੀ ਇਹ ਜਾਵੇਗਾ ਉੱਥੇ ਜੀਵਨ ਹੋਵੇਗਾ। ਨਹਿਰ ਦੇ ਹਰ ਕੰਢੇ ਉੱਤੇ ਹਰ ਤਰ੍ਹਾਂ ਦੇ ਰੁੱਖ ਹੋਣਗੇ ਜੋ ਭੋਜਨ ਪੈਦਾ ਕਰਨਗੇ। ਉਹਨਾਂ ਦੇ ਪੱਤੇ ਮੁਰਝਾਉਣਗੇ ਨਹੀਂ ਅਤੇ ਉਹ ਹਰ ਮੌਸਮ ਵਿੱਚ ਫਲਦਾਰ ਰਹਿਣਗੇ। ਉਹ ਹਰ ਮਹੀਨੇ ਤਾਜ਼ੇ ਫਲ ਦੇਣਗੇ ਕਿਉਂਕਿ ਉਸੇ ਨਹਿਰ ਦੇ ਪਾਣੀ ਨਾਲ ਸਿੰਜੇ ਜਾਂਦੇ ਹਨ ਜੋ ਮੰਦਰ ਵਿੱਚੋਂ ਵਗਦੀ ਹੈ। ਉਹ ਰੁੱਖ ਭੋਜਨ ਪੈਦਾ ਕਰਨਗੇ ਅਤੇ ਉਹਨਾਂ ਦੇ ਪੱਤਿਆਂ ਨਾਲ ਲੋਕ ਚੰਗੇ ਹੋਣਗੇ। ਇਹ ਪ੍ਰਭੂ ਦੀ ਪਾਕ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਠ ਪਵਿੱਤਰ ਅੰਜੀਲ ਯਹੋਨਾ ਦੇ ਅਨੁਸਾਰ। ਤੇਰੀ ਵਡਿਆਈ ਹੋਵੇ ਐ ਪ੍ਰਭੂ। ਇਸ ਦੇ ਬਾਅਦ ਯਹੂਦੀਆਂ ਦਾ ਇੱਕ ਤਿਉਹਾਰ ਸੀ ਅਤੇ ਯਿਸੂ ਯਰੂਸ਼ਲਮ ਗਿਆ। ਯਰੂਸ਼ਲਮ ਵਿੱਚ ਭੇਡਾਂ ਵਾਲੇ ਫਾਟਕ ਦੇ ਲਾਗੇ ਇੱਕ ਤਲਾਅ ਹੈ
ਜਿਸ ਨੂੰ ਇਬਰਾਨੀ ਭਾਸ਼ਾ ਵਿੱਚ ਬੈਤਜ਼ਦਾ ਆਖਿਆ ਜਾਂਦਾ ਹੈ, ਉਸ ਦੀਆਂ 5 ਡਿਓੜੀਆਂ ਹਨ। ਉਹਨਾਂ ਵਿੱਚ ਬਹੁਤ ਸਾਰੇ ਰੋਗੀ, ਅੰਨੇ, ਲੰਗੜੇ ਅਤੇ ਅਧਰੰਗੀ ਪਏ ਹੋਏ ਸਨ, ਜੋ ਪਾਣੀ ਦੇ ਹਿੱਲਣ ਦੀ ਉਡੀਕ ਵਿੱਚ ਸਨ। ਉੱਥੇ ਇੱਕ ਆਦਮੀ ਸੀ ਜੋ 38 ਸਾਲਾਂ ਤੋਂ ਬਿਮਾਰ ਸੀ। ਜਦੋਂ ਯਿਸੂ ਨੇ ਉਸ ਨੂੰ ਵੇਖਿਆ ਅਤੇ ਇਹ ਜਾਣਿਆ ਕਿ ਉਹ ਕਾਫੀ ਸਮੇਂ ਤੋਂ ਉੱਥੇ ਪਿਆ ਹੋਇਆ ਹੈ, ਤਾਂ ਉਸ ਨੂੰ ਕਿਹਾ, ਕੀ ਤੂੰ ਚੰਗਾ ਹੋਣਾ ਚਾਹੁੰਦਾ ਹੈ? ਬਿਮਾਰ ਆਦਮੀ ਨੇ ਉਸ ਨੂੰ ਉੱਤਰ ਦਿੱਤਾ, ਸਾਹਿਬ ਜੀ, ਮੇਰੇ ਨਾਲ ਕੋਈ ਆਦਮੀ ਨਹੀਂ ਹੈ ਜੋ ਪਾਣੀ ਹਿੱਲਦੇ ਹੀ ਮੈਨੂੰ ਤਲਾਬ ਵਿੱਚ ਉਤਾਰ ਦੇਵੇ, ਅਤੇ ਮੇਰੇ ਆਪ ਉਤਰਨ ਤੱਕ ਕੋਈ ਹੋਰ ਮੇਰੇ ਤੋਂ ਅਗੇਤਾ ਉਤਰ ਜਾਂਦਾ ਹੈ। ਯਿਸੂ ਨੇ ਉਸ ਨੂੰ ਕਿਹਾ, ਉੱਠ, ਆਪਣਾ ਵਿਛਾਉਣਾ ਚੁੱਕ ਅਤੇ ਚੱਲ ਫਿਰ। ਉਸੇ ਵਕਤ ਉਹ ਆਦਮੀ ਚੰਗਾ ਹੋ ਗਿਆ ਅਤੇ ਆਪਣਾ ਵਿਛਾਉਣਾ ਚੁੱਕ ਕੇ ਚੱਲਣ ਲੱਗਾ। ਉਹ ਸਬਤ ਦਾ ਦਿਨ ਸੀ, ਇਸ ਲਈ ਯਹੂਦੀਆਂ ਨੇ ਉਸ ਆਦਮੀ ਨੂੰ ਕਿਹਾ ਜੋ ਚੰਗਾ ਹੋ ਗਿਆ ਸੀ, ਅੱਜ ਸਬਤ ਦਾ ਦਿਨ ਹੈ, ਵਿਛਾਉਣਾ ਚੁੱਕਣਾ ਤੁਹਾਡੇ ਲਈ ਜਾਇਜ਼ ਨਹੀਂ ਹੈ। ਪਰ ਉਸਨੇ ਉਹਨਾਂ ਨੂੰ ਉੱਤਰ ਦਿੱਤਾ, ਜਿਸ ਆਦਮੀ ਨੇ ਮੈਨੂੰ ਚੰਗਾ ਕੀਤਾ ਹੈ, ਉਸਨੇ ਮੈਨੂੰ ਕਿਹਾ ਹੈ, ਆਪਣਾ ਵਿਛਾਉਣਾ ਚੁੱਕ ਅਤੇ ਚੱਲ ਫਿਰ। ਉਹਨਾਂ ਨੇ ਉਸ ਤੋਂ ਪੁੱਛਿਆ, ਕੌਣ ਹੈ ਉਹ ਆਦਮੀ ਜਿਸ ਨੇ ਤੈਨੂੰ ਕਿਹਾ, ਆਪਣਾ ਵਿਛਾਉਣਾ ਚੁੱਕ ਅਤੇ ਚੱਲ ਫਿਰ? ਪਰ ਚੰਗਾ ਕੀਤਾ ਗਿਆ ਆਦਮੀ ਇਹ ਨਹੀਂ ਜਾਣਦਾ ਸੀ ਕਿ ਉਹ ਕੌਣ ਹੈ, ਕਿਉਂਕਿ ਯਿਸੂ ਭੀੜ ਦੇ ਵਿੱਚੋਂ ਦੀ ਉੱਥੋਂ ਖਿਸਕ ਗਿਆ ਸੀ। ਬਾਅਦ ਵਿੱਚ ਯਿਸੂ ਉਸ ਨੂੰ ਹੈਕਲ ਵਿੱਚ ਮਿਲਿਆ ਤੇ ਉਸ ਨੂੰ ਕਿਹਾ, ਵੇਖ, ਤੂੰ ਚੰਗਾ ਹੋ ਗਿਆ ਹੈ, ਅੱਗੇ ਤੋਂ ਪਾਪ ਨਾ ਕਰਨਾ, ਕਿਤੇ ਤੇਰਾ ਹਾਲ ਇਸ ਤੋਂ ਵੀ ਬੁਰਾ ਨਾ ਹੋਵੇ। ਉਸ ਆਦਮੀ ਨੇ ਜਾ ਕੇ ਯਹੂਦੀਆਂ ਨੂੰ ਦੱਸਿਆ ਕਿ ਜਿਸ ਨੇ ਉਸ ਨੂੰ ਚੰਗਾ ਕੀਤਾ ਹੈ ਉਹ ਯਿਸੂ ਹੈ। ਇਹੀ ਕਾਰਨ ਸੀ ਕਿ ਯਹੂਦੀ ਯਿਸੂ ਨੂੰ ਸਤਾਉਂਦੇ ਸਨ, ਕਿਉਂਕਿ ਉਸ ਨੇ ਇਹ ਕੰਮ ਸਬਤ ਦੇ ਦਿਨ ਕੀਤਾ ਸੀ। ਪ੍ਰਭੂ ਦੀ ਅੰਜੀਲ। ਤੇਰੀ ਮਹਿਮਾ ਹੋਵੇ ਐ ਮਸੀਹਾ। ਮਸੀਹ ਵਿੱਚ ਪਿਆਰੇ ਭਰਾਓ ਤੇ ਭੈਣੋ, ਅੱਜ ਅਸੀਂ ਪਾਕ ਕਲਾਮ ਦੇ ਵਿੱਚੋਂ 2 ਪਾਠ ਸੁਣੇ ਹਨ। ਅੱਜ ਦਾ ਪਹਿਲਾ ਪਾਠ ਹਿਜ਼ਕੀਏਲ ਨਬੀ, ਉਸ ਦੀ ਪੁਸਤਕ ਦੇ ਵਿੱਚੋਂ ਅਸੀਂ ਸੁਣਿਆ ਹੈ, ਜਿੱਥੇ ਹਿਜ਼ਕੀਏਲ ਨਬੀ ਇੱਕ ਨਦੀ ਦੀ ਗੱਲ ਕਰਦਾ ਹੈ, ਨਦੀ ਜੋ ਜੀਵਨ ਦਿੰਦੀ ਹੈ, ਜਿਸ ਦਾ ਪਾਣੀ ਜੀਵਨ ਪ੍ਰਦਾਨ ਕਰਦਾ ਹੈ। ਹਾਂ ਪਿਆਰੇ ਭਰਾਓ ਤੇ ਭੈਣੋ, ਹਿਜ਼ਕੀਏਲ ਨਬੀ ਕਹਿੰਦਾ ਹੈ ਕਿ ਉਸਨੇ ਇੱਕ ਦਰਸ਼ਨ ਵੇਖਿਆ ਤੇ ਉਹ ਦਰਸ਼ਨ ਉਸਨੇ ਇੱਕ ਨਦੀ ਦਾ ਵੇਖਿਆ ਹੈ। ਉਹ ਨਦੀ ਕੀ ਕੀ ਕਰਦੀ ਹੈ? ਵਚਨ ਦੇ ਵਿੱਚ ਅਸੀਂ ਸੁਣਿਆ ਹੈ ਕਿ ਇਹ ਜੋ ਨਦੀ, ਇਸ ਦਾ ਜੋ ਜਲ ਹੈ ਉਹ ਜੀਵਨ ਦੇਣ ਵਾਲਾ ਜਲ ਹੈ। ਖਾਸੀਅਤ ਇਹ ਹੈ ਕਿ ਜਿੱਥੋਂ ਦੀ ਵੀ ਇਹ ਨਦੀ ਵਗਦੀ ਸੀ, ਜਿਸ ਨਾਲੇ ਦੇ ਵਿੱਚ ਪੈਂਦੀ ਸੀ, ਜਿਸ ਨਹਿਰ ਦੇ ਵਿੱਚ ਪੈਂਦੀ ਸੀ, ਉਹ ਨਦੀ ਦਾ, ਉਹ ਨਾਲਿਆਂ ਦਾ, ਉਹ ਨਹਿਰ ਦਾ ਪਾਣੀ ਸਾਫ਼ ਸੁਥਰਾ ਹੋ ਜਾਂਦਾ ਸੀ। ਅੱਜ ਕੱਲ੍ਹ ਅਸੀਂ ਆਪਣੇ ਆਲੇ ਦੁਆਲੇ ਨਦੀਆਂ ਦੇਖਦੇ ਹਾਂ, ਜਿਨ੍ਹਾਂ ਦੇ ਵਿੱਚ ਜਦੋਂ ਕੈਮੀਕਲ ਜਾਂ ਕੋਈ ਗੰਦਾ ਪਾਣੀ ਆ ਜਾਂਦਾ ਹੈ ਤਾਂ ਉਹਦੇ ਵਿੱਚ ਜਿੰਨੇ ਵੀ ਜੀਵ ਜੰਤੂ ਹੁੰਦੇ ਹਨ ਜਾਂ ਮੱਛੀਆਂ ਹੁੰਦੀਆਂ ਹਨ, ਉਹ ਮਰ ਜਾਂਦੀਆਂ ਹਨ। ਪਰ ਪ੍ਰਭੂ ਯਿਸੂ ਅੱਜ ਹਿਜ਼ਕੀਏਲ ਨਬੀ ਦੇ ਰਾਹੀਂ ਆਖਦਾ ਹੈ ਕਿ ਇਹ ਜੋ ਜੀਵਨ ਦੀ ਨਦੀ ਹੈ, ਇਹ ਪਾਣੀ ਨੂੰ ਤਾਜ਼ਾ ਕਰਦੀ ਹੈ ਅਤੇ ਇਸ ਦੇ ਵਿੱਚ ਜੋ ਜੀਵ ਜੰਤੂ ਹਨ ਉਹ ਹਮੇਸ਼ਾ ਜਿਉਂਦੇ ਰਹਿਣਗੇ, ਉਹਨਾਂ ਦਾ ਕੋਈ ਨੁਕਸਾਨ ਨਹੀਂ ਹੋਏਗਾ। ਅਤੇ ਇਸ ਨਦੀ ਦੇ ਕੰਢੇ ਤੇ ਜੋ ਵੀ ਪੇੜ ਪੌਦੇ ਲੱਗੇ ਹਨ ਉਹ ਵੀ ਹਮੇਸ਼ਾ ਹਰੇ ਭਰੇ ਰਹਿਣਗੇ ਅਤੇ ਇਹਨਾਂ ਦੇ ਪੱਤੇ, ਇਹ ਜੋ ਨਦੀ ਦੇ ਕਿਨਾਰੇ ਜੋ ਪੌਦੇ ਲੱਗੇ ਹਨ, ਇਸ ਦੇ ਪੱਤੇ ਵੀ ਦਵਾਈ ਦਾ ਕੰਮ ਕਰਨਗੇ। ਹਾਂ ਪਿਆਰਿਓ,
इस नदी का जिक्र हिजकीएल नबी अपनी पुस्तक दे विच करदा है। आ हुण असी अज दी अंजील दे वल ध्यान देईए, जिथे असी देखते हाँ कि प्रभु यीशु मसीह सबत दे दिन एक आदमी नूं चंगा करदा है। ते इस पाठ की व्याख्या करन तो पहला आओ असी ध्यान करिए। हिजकीएल नबी जो नदी की भविष्यवाणी करता है, वो जीवन देने वाली नदी, वो जीवन का असली चश्मा कौन है। आओ असी वचन पढ़िए। यूहन्ना दी अंजील उसका 4वां अध्याय 14वीं आयत दे विच लिखिया है। प्रभु यीशु मसीह कहता है, पर जो कोई उस जल विचों पींदा है जो मैं देवांगा, उसनूं कदे प्यास नहीं लगेगी। जो जल मैं देवांगा वो इस दे विच जल दा एक चश्मा बन जाएगा, जो अनंत जीवन दे लई वगदा रहेगा। मतलब कि यूहन्ना नबी इस अंजील दे राही दसदा है कि जो असली जीवन जल है वो प्रभु यीशु मसीह आप है। कहता है कि जो इस जल नूं पीएगा उस विचों कहते हैं कि नदियां वग उठणगियां, चश्मे वग उठणगे। मतलब कि वो बंदा कदी ध्याया नहीं होएगा। ते प्यारिओ, अज दी अंजील दे विच जो तलाऽ सीगा, उस तलाऽ दे विच जिन्ने भी बीमार सी, जदों उहदे विच डुबकी लगाउंदे सी, जदों कि उहनां नूं उस विच उतार दिंदा सी, जदों फरिश्ता उस पानी नूं हिलाउंदा सी, तां लोकी चंगे हो जांदे सी। ते अज दी अंजील विच प्रभु यीशु मसीह 38 सालां तो पीड़ित इस व्यक्ति नूं चंगा करके यह साबित कर दिंदा है कि वो इस जल तो, ये जिहड़ा तलाऽ जिहदे विच बीमार लोकी उतरदे सी, उस तो भी ज़्यादा शक्तिशाली है। कहने तो भाव है कि प्रभु यीशु मसीह जो जीवन दा सोमा है, चश्मा है, वो बिना इस तलाऽ दे विच उतरन दे भी लोकां नूं चंगा कर सकता है। जिस तरह उसने अज इस 38 सालां दे नाल पीड़ित, 38 सालां तो पीड़ित इस व्यक्ति नूं प्रभु ने चंगा कर दिता। हाँ प्यारिओ, अज असी भी उस चश्मे दी भाल विच रहना है जो सानू जीवन दिंदा है, जो साडे जीवन नू तरो ताज़ा करेगा। जदों असीं प्रकाश की पोथी पढ़ीए, उसका 22 अध्याय 1 तो 2 आयत विच असीं पढ़दे हां, उहदे विच लिखिया है कि मैं एक दर्शन वेखिया। कौन दर्शन वेखदा है? इत्थे यूहन्ना दर्शन वेखदा है ते वो जीवन की नदी दे दर्शन का बयान करता है। ते वो कहता है कि इस दे बाद फरिश्ते ने मैनू बलौर वांग चमकदे जीवन जल दा दरिया विखाया। ते ये जल कित्थों वग रहा सी? लिखिया है जो खुदा अते लेले दे तख्त दे विचों दी वग रहा सी। हुण खुदा अते लेले दा तख्त की है? लेले दा तख्त की है? मतलब कि जिथे लेला आप बहिंदा है। अते वो लेला कौन है? यूहन्ना दी अंजील विच ही असीं पढ़दे हां, जदों यूहन्ना बपतिस्मा देण वाले ने यीशु वाल इशारा कीता ते आखिया, वेखो खुदा दा लेला जो दुनिया के गुनाहां नूं चुक लै जांदा है। देखो, ये वो लेला है जो गुनाहां नूं चुकण लई आया है, जो साडे जीवन नूं ताज़ा करन दे लई अते साडे जीवन नूं पवित्र करन दे लई आया है। असी हुण उस लेले दे वगदे होए चश्मे दे विचों असी पीना है, क्योंकि जो जल असी आम रोज़ाना जिंदगी दे विच पीने हैं, उसनूं पीण दे बाद सानूं ते लग सकदी है। यूहन्ना दी अंजील 4 अध्याय विच असी पढ़दे हां कि वो औरत जदों पानी लैण दे लई आई ते यीशु ने उस तो पानी मंगिया सी, ते औरत ने आख्या कि एक यहूदी सामरी दे कोलों पानी नहीं मंग सकदा ते तू पानी अज मंगण डिया है। ते यीशु ने उसनूं आख्या कि तू नहीं जानदी कि तू किहदे नाल गल्लां करदी है। मैं वो शख्स हाँ जो तेनू
ਉਹ ਜੀਵਨ ਦਾ ਜਲ ਦੇ ਸਕਦਾ ਹੈ ਜਿਸ ਦੇ ਪੀਣ ਦੇ ਬਾਅਦ ਤੈਨੂੰ ਦੁਬਾਰਾ ਇੱਥੇ ਆਉਣ ਦੀ ਲੋੜ ਨਹੀਂ ਹੈ। ਮਤਲਬ ਕਿ ਜੀਵਨ ਦਾ ਜਲ। ਹਾਂ ਪਿਆਰਿਓ, ਸੱਚਮੁੱਚ ਜੋ ਜੀਵਨ ਦਾ ਜਲ ਹੈ ਪ੍ਰਭੂ ਯਿਸੂ ਮਸੀਹ ਹੈ। ਹੁਣ ਇਸ ਅੰਜੀਲ ਦੇ ਵਿੱਚੋਂ ਸਾਡੇ ਲਈ ਸੰਦੇਸ਼ ਕੀ ਹੈ? ਪਹਿਲੀ ਗੱਲ ਹੈ ਕਿ ਅਸੀਂ ਇਸ ਸੱਚਾਈ ਨੂੰ ਜਾਣਨਾ ਹੈ ਕਿ ਪ੍ਰਭੂ ਯਿਸੂ ਮਸੀਹ ਜੀਵਨ ਦਾ ਜਲ ਹੈ, ਉਹ ਦਰਿਆ ਹੈ, ਅਤੇ ਜਿਹੜਾ ਇਸ ਦਰਿਆ ਦੇ ਵਿੱਚੋਂ ਪੀਂਦਾ ਹੈ, ਜਿਹੜਾ ਉਸ ਪ੍ਰਭੂ ਦੀ ਸੰਗਤੀ ਵਿੱਚ ਆ ਜਾਂਦਾ ਹੈ, ਜਿਹੜਾ ਪ੍ਰਭੂ ਦੇ ਵਚਨ ਨੂੰ ਪੀਣ ਲੱਗ ਜਾਂਦਾ ਹੈ, ਉਹਦਾ ਸੇਵਨ ਕਰਨ ਲੱਗ ਜਾਂਦਾ ਹੈ, ਤੇ ਉਹਦਾ ਜੀਵਨ ਤਾਜ਼ਾ ਹੋ ਜਾਂਦਾ ਹੈ। ਉਸ ਦੇ ਜੀਵਨ ਦੇ ਵਿੱਚ ਉਸ ਨੂੰ ਸ਼ਿਫਾ ਮਿਲਦੀ ਹੈ, ਬਿਮਾਰੀਆਂ ਤੋਂ, ਤਕਲੀਫਾਂ ਤੋਂ ਉਸ ਨੂੰ ਨਿਜਾਤ ਮਿਲ ਜਾਂਦੀ ਹੈ। ਅੱਜ 38 ਸਾਲਾਂ ਤੋਂ ਪੀੜਿਤ ਇਹ ਵਿਅਕਤੀ ਨੂੰ ਯਿਸੂ ਦੇ ਨਾਲ ਸੰਪਰਕ ਵਿੱਚ ਆਉਣ ਦੇ ਨਾਲ ਬਿਮਾਰੀ ਤੋਂ ਆਜ਼ਾਦੀ ਮਿਲ ਗਈ, ਤੰਦਰੁਸਤੀ ਮਿਲ ਗਈ। ਹੁਣ ਸਵਾਲ ਹੈ ਕਿ ਤੁਸੀਂ ਵੀ ਤੰਦਰੁਸਤ ਹੋਣਾ ਚਾਹੁੰਦੇ ਹੋ? ਤੁਸੀਂ ਵੀ ਚੰਗਿਆਈ ਪਾਉਣਾ ਚਾਹੁੰਦੇ ਹੋ? ਤੁਸੀਂ ਵੀ ਉਹ ਜਲ ਦਾ ਸੇਵਨ ਕਰਨਾ ਚਾਹੁੰਦੇ ਹੋ? ਤਾਂ ਯਿਸੂ ਦੇ ਸੰਪਰਕ ਵਿੱਚ ਆਈਏ। ਯਿਸੂ ਦੇ ਸੰਪਰਕ ਵਿੱਚ ਅਸੀਂ ਇੱਕ ਵਾਰੀ ਆ ਗਏ ਤੇ ਸਾਡੇ ਸਾਰੇ ਦੁੱਖੜੇ ਦੂਰ ਹੋ ਜਾਣਗੇ। ਜਿੰਨੇ ਵੀ ਪ੍ਰਭੂ ਦੀ ਹਜ਼ੂਰੀ ਵਿੱਚ ਆ ਜਾਂਦੇ ਨੇ, ਉਹਦੇ ਸੰਪਰਕ ਵਿੱਚ ਆ ਜਾਂਦੇ ਨੇ, ਪ੍ਰਭੂ ਉਹਨਾਂ ਨੂੰ ਆਪਣੀਆਂ ਬਰਕਤਾਂ ਨਾਲ ਮਾਲਾ ਮਾਲ ਕਰ ਦਿੰਦਾ ਹੈ। ਰੋਜ਼ਿਆਂ ਦਾ ਸਮਾਂ ਹੈ, ਅਸੀਂ ਇਸ ਦਰਿਆ, ਇਸ ਚਸ਼ਮੇ ਦੇ ਕੋਲ ਆ ਜਾਈਏ, ਸੰਪਰਕ ਵਿੱਚ ਆ ਜਾਈਏ, ਤਾਂ ਕਿ ਪ੍ਰਭੂ ਰੋਜ਼ਿਆਂ ਦੇ ਸਮੇਂ ਦੇ ਵਿੱਚ ਸਾਨੂੰ ਵੀ ਉਸ ਜਲ ਦੇ ਨਾਲ, ਉਸ ਪਵਿੱਤਰ ਦਰਿਆ ਦੇ ਵਿੱਚੋਂ ਵਗਦੇ ਜਲ ਦੇ ਨਾਲ ਸਾਨੂੰ ਪਵਿੱਤਰ ਕਰੇ, ਸਾਡਾ ਜੀਵਨ ਬਹਾਲ ਹੋ ਜਾਵੇ, ਸਾਡੇ ਜੀਵਨ ਦੇ ਵਿੱਚ ਜੋ ਸਾਨੂੰ ਲੋੜ ਹੈ ਉਹ ਸਾਰੀਆਂ ਬਰਕਤਾਂ ਸਾਨੂੰ ਮਿਲ ਜਾਣ। ਖੁਦਾ ਸਾਨੂੰ ਸਾਰਿਆਂ ਨੂੰ ਬਰਕਤ ਦੇਵੇ।